ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਾਂਗੇ PT2 ਦਾ ਨੈਕਸਟ ਚੈਪਟਰ ਗੁੰਮਨੇ ਰਸੋਈ ਵਿੱਚੋਂ। ਤੁਹਾਡੀ ਕਿਤਾਬ ਸਾਹਿਤਕ ਕਿਰਨਾਂ ਭਾਗ 2 ਦਾ ਇਹ ਪਾਠ ਜੋ ਕਿ ਲੇਖਕ ਕਸ਼ਮੀਰ ਨੀਰ ਦਾ ਲਿਖਿਆ ਹੋਇਆ ਹੈ। ਬੇਟਾ ਜੀ, ਇਹ ਇੱਕ ਗਜ਼ਲ ਸਾਹਿਤਕ ਰੂਪ ਹੈ। ਗਜ਼ਲ ਸਾਹਿਤ ਦਾ ਉਹ ਰੂਪ ਹੈ ਜਿਸ ਨੂੰ ਅਸੀਂ ਗਾ ਵੀ ਸਕਦੇ ਹਾਂ, ਠੀਕ ਹੈ। ਕਿਸੇ ਵੀ ਤਾਲ ਦੇ ਵਿੱਚ ਇਸ ਨੂੰ ਗਾਇਆ ਵੀ ਜਾ ਸਕਦਾ ਹੈ। ਸੋ ਇਸ ਗਜ਼ਲ ਨੂੰ ਲੇਖਕ ਨੇ ਜਾਂ ਕਵੀ ਨੇ ਕਾਵਕ ਰੂਪ ਦਿੰਦਿਆਂ ਹੋਇਆਂ ਸਾਡੇ ਸਾਹਮਣੇ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚੋਂ ਅਲੋਪ ਹੋ ਰਹੀਆਂ ਉਹਨਾਂ ਵਸਤਾਂ ਦਾ, ਉਹਨਾਂ ਚੀਜ਼ਾਂ ਦਾ ਜਾਂ ਉਹਨਾਂ ਪਛਾਣ ਦਾ ਜਿਸ ਦੇ ਰਾਹੀਂ ਅਸੀਂ ਪੂਰੀ ਦੁਨੀਆ ਦੇ ਵਿੱਚ ਪਹਿਚਾਣੇ ਜਾਂਦੇ ਹਾਂ, ਉਸ ਸਭ ਪਹਿਚਾਣ ਦੇ ਗਵਾਚਣ ਦਾ ਹੀਰਵਾ ਪ੍ਰਗਟ ਕੀਤਾ ਹੈ। ਉਸ ਪੰਜਾਬੀ ਸੱਭਿਆਚਾਰ ਦੇ ਅਲੋਪ ਹੋਣ ਬਾਰੇ ਚਿੰਤਾ ਪ੍ਰਗਟਾਈ ਹੈ। ਸੋ ਆਓ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਪ੍ਰਸੰਗ ਦੇ ਵਿੱਚ ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ ਤੁਹਾਨੂੰ ਕਿ ਕਵਿਤਾ ਦਾ ਨਾਮ, ਕਿਤਾਬ ਦਾ ਨਾਮ ਔਰ ਲੇਖਕ ਦਾ ਨਾਮ ਜ਼ਰੂਰ ਆਉਣਾ ਚਾਹੀਦਾ ਹੈ। ਸੋ ਪ੍ਰਸੰਗ ਕਿਵੇਂ ਲਿਖਾਂਗੇ ਕਿ ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਕ ਕਿਰਨਾਂ ਭਾਗ 2 ਵਿੱਚ ਦਰਜ ਕਵੀ ਕਸ਼ਮੀਰ ਨੀਰ ਦੀ ਲਿਖੀ ਹੋਈ ਗਜ਼ਲ ਗੁੰਮਨੇ ਰਸੋਈ ਵਿੱਚੋਂ ਲਈਆਂ ਗਈਆਂ ਹਨ। ਇਸ ਗਜ਼ਲ ਵਿੱਚ ਕਵੀ ਨੇ ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਦੇ ਪ੍ਰਤੀ ਉਦਾਸੀ ਪ੍ਰਗਟ ਕੀਤੀ ਹੈ ਤੇ ਅਜੋਕੀ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਇਸ ਦੇ ਬਾਰੇ ਜਾਗਰੂਕ ਕਰਵਾਉਂਦਿਆਂ ਹੋਇਆਂ ਪੰਜਾਬੀ ਸੱਭਿਆਚਾਰ ਦੇ ਉੱਪਰ ਪੈ ਰਹੇ ਪੱਛਮੀ ਪ੍ਰਭਾਵ ਬਾਰੇ ਚਿੰਤਾ ਵੀ ਪ੍ਰਗਟਾਈ ਹੈ। ਸੋ ਆਓ ਕਵਿਤਾ ਸ਼ੁਰੂ ਕਰਦੇ ਹਾਂ। ਵਿਆਖਿਆ। ਗੁੰਮਨੇ ਰਸੋਈ ਵਿੱਚੋਂ ਚਾਟੀਆਂ ਮਧਾਣੀਆਂ, ਬਰਗਰਾਂ ਤੇ ਪੀਜ਼ਿਆਂ ਨੇ ਪੱਟੀਆਂ ਸਵਾਣੀਆਂ। ਇਹਨਾਂ ਸਤਰਾਂ ਦੇ ਵਿੱਚ ਕਵੀ ਅੱਜ ਦੇ ਆਧੁਨਿਕ ਜਨ ਜੀਵਨ, ਰਹਿਣ ਸਹਿਣ ਤੇ ਖਾਣ ਪੀਣ ਪਹਿਰਾਵੇ ਦਾ ਜ਼ਿਕਰ ਕਰਦਾ ਹੋਇਆ ਉਸ ਨੂੰ ਪੁਰਾਤਨ ਸੱਭਿਆਚਾਰ ਦੇ ਨਾਲ ਤੁਲਨਾ ਕਰਦਾ ਹੋਇਆ, ਯਾਦ ਕਰਦਾ ਹੋਇਆ ਕਹਿ ਰਿਹਾ ਹੈ ਕਿ ਅੱਜ ਸਾਡੇ ਘਰਾਂ ਦੀ ਰਸੋਈ ਵਿੱਚੋਂ ਚਾਟੀਆਂ ਤੇ ਮਧਾਣੀਆਂ ਅਲੋਪ ਹੋ ਗਈਆਂ ਨਜ਼ਰ ਆ ਰਹੀਆਂ ਹਨ। ਇਹ ਚਾਟੀਆਂ ਤੇ ਮਧਾਣੀਆਂ ਕੀ ਸੀ ਬੇਟਾ? ਦੁੱਧ ਰਿੜਕਣ ਵਾਲੇ ਮਿੱਟੀ ਦੇ ਭਾਂਡੇ, ਚਾਟੀ, ਠੀਕ ਹੈ, ਜਿਸ ਦੇ ਵਿੱਚ ਮਿੱਟੀ ਦੇ ਭਾਂਡਿਆਂ ਨੂੰ ਪਕਾਇਆ ਜਾਂਦਾ ਸੀ। ਘੜੇ ਵਰਗਾ ਰੂਪ ਹੁੰਦਾ ਇਸ ਦਾ ਅਤੇ ਉਸ ਨੂੰ ਦੁੱਧ ਰਿੜਕਣ ਲਈ ਵਰਤਿਆ ਜਾਂਦਾ ਸੀ। ਮਧਾਣੀ ਉਹ ਸੰਦ, ਲੱਕੜ ਦਾ ਉਹ ਸੰਦ ਜਿਸ ਦੇ ਨਾਲ ਦੁੱਧ ਨੂੰ ਰਿੜਕਿਆ ਜਾਂਦਾ ਸੀ। ਅਤੇ ਅੱਜ ਇਹਨਾਂ ਚੀਜ਼ਾਂ ਦੀ ਜਗ੍ਹਾ 'ਤੇ ਸਾਡੇ ਕੋਲ ਬਹੁਤ ਸਾਰੇ ਇਲੈਕਟ੍ਰੋਨਿਕ ਉਪਕਰਨ ਜਿਹੜੇ ਆ ਉਹ ਸਾਡੇ ਘਰਾਂ ਦੇ ਵਿੱਚ ਆ ਚੁੱਕੇ ਨੇ। ਸੋ ਕਵੀ ਇੱਥੇ ਚਿੰਤਾ ਪ੍ਰਗਟਾ ਰਿਹਾ ਹੈ ਕਿ ਸਾਡੇ ਘਰਾਂ ਦੀ ਰਸੋਈ ਦੇ ਵਿੱਚੋਂ ਦੁੱਧ ਰਿੜਕਣ ਵਾਲੀਆਂ ਚਾਟੀਆਂ ਮਧਾਣੀਆਂ ਅਲੋਪ ਹੋ ਗਈਆਂ ਨਜ਼ਰ ਆ ਰਹੀਆਂ ਨੇ ਅਤੇ ਅੱਜ ਦੀ ਔਰਤ ਨੂੰ ਰੈਡੀਮੇਡ ਭੋਜਨਾਂ ਨੇ ਜੋ ਕਿ ਬਾਜ਼ਾਰ ਦੇ ਵਿੱਚ ਸਾਨੂੰ ਮਿਲਦੇ ਨੇ, ਬਹੁਤ ਈਜ਼ੀਲੀ ਸੌਖੇ ਤਰੀਕੇ ਦੇ ਨਾਲ ਤਿਆਰ ਕੀਤੇ ਹੋਏ ਬਰਗਰ ਅਤੇ ਪੀਜ਼ੇ ਉਹਨਾਂ ਨੇ ਪੱਟ ਲਿਆ ਹੈ। ਪੱਟ ਤੋਂ ਮਤਲਬ ਪ੍ਰਭਾਵਿਤ ਕਰਨਾ, ਖਿੱਚ ਲੈਣਾ, ਧਿਆਨ ਉਖੇੜਨਾ ਉਹਨਾਂ ਸਵਾਣੀਆਂ ਸਾਡੇ ਘਰਾਂ ਦੀਆਂ ਔਰਤਾਂ ਜੋ ਕਿ ਘਰ ਪਰਿਵਾਰ ਦੀ ਦੇਖਭਾਲ ਕਰਦੀਆਂ ਨੇ, ਉਹਨਾਂ ਨੂੰ ਇਸ ਰੈਡੀਮੇਡ ਭੋਜਨ ਨੇ ਆਪਣੇ ਵੱਲ ਆਕਰਸ਼ਿਤ ਕਰ ਲਿਆ ਹੈ ਅਤੇ ਉਹ ਘਰ ਦੇ ਵਿੱਚ ਖਾਣਾ ਪੀਣਾ ਬਣਾਉਣ ਦੀ ਬਜਾਏ ਬਾਹਰਲੇ ਬਣੇ ਬਣਾਏ ਭੋਜਨ ਨੂੰ ਜ਼ਿਆਦਾ ਪਹਿਲ ਜਾਂ ਤਰਜੀਹ ਦੇ ਰਹੀਆਂ ਹਨ। ਖਾਣ ਪੀਣ ਪਹਿਰਾਵਾ ਆਪਣਾ ਗਵਾਚਿਆ, ਵਗੀਆਂ ਨੇ ਪੱਛਮੀ ਹਵਾਵਾਂ ਮਰ ਜਾਣੀਆਂ। ਸੋ ਇਹਨਾਂ ਸਭ ਕੁਝ ਦੇ ਪਿੱਛੇ ਜੋ ਉਪਰੋਕਤ ਕਵੀ ਨੇ ਗੱਲ ਕੀਤੀ ਹੈ
ਕਿ ਸਾਡੇ ਘਰ ਦੇ ਵਿੱਚੋਂ ਕੀ ਕੁਝ ਗਵਾਚ ਰਿਹਾ ਹੈ ਜਾਂ ਔਰਤਾਂ ਦਾ ਧਿਆਨ ਕਿੱਧਰ ਨੂੰ ਭਟਕ ਰਿਹਾ ਹੈ, ਉਸ ਦੇ ਪ੍ਰਤੀ ਚਿੰਤਾ ਪ੍ਰਗਟਾਈ ਹੈ। ਕਿ ਕਹਿੰਦਾ ਕਿ ਖਾਣ ਪੀਣ ਦੇ ਨਾਲ ਨਾਲ ਸਾਡਾ ਪਹਿਰਾਵਾ, ਜੋ ਕਿ ਸਾਡੇ ਸੱਭਿਆਚਾਰ ਦੇ ਵਿੱਚੋਂ ਸਾਡੇ ਸਲੀਕੇ ਦੀ ਨਿਸ਼ਾਨੀ ਹੁੰਦਾ ਸੀ, ਮਰਦਾਵੇਂ ਪਹਿਰਾਵੇ ਦੇ ਵਿੱਚ ਸਿਰ 'ਤੇ ਪਗੜੀ, ਧੋਤੀ ਕੁੜਤਾ ਜਾਂ ਕੁੜਤਾ ਪਜਾਮਾ, ਔਰ ਲੜਕੀਆਂ ਦੇ ਪਹਿਰਾਵੇ ਜੋ ਕਿ ਸਿਰ 'ਤੇ ਦੁਪੱਟਾ, ਸੂਟ ਸਲਵਾਰ, ਠੀਕ ਹੈ, ਉਹ ਸਾਰਾ ਕੁਝ ਸਾਡੇ ਪੱਛਮੀ ਪ੍ਰਭਾਵ ਨੇ ਸੱਭਿਆਚਾਰ ਦੇ ਵਿੱਚੋਂ ਹੁਣ ਖਤਮ ਕੀਤਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਦੇ ਨਾਲ ਅਸੀਂ ਆਪਣੇ ਅਸਲੀ ਸਲੀਕੇਦਾਰ ਔਰ ਅਸਲੀ ਰਸਤੇ ਤੋਂ ਭਟਕ ਕੇ ਭੜਕੀਲੇਪਣ ਵੱਲ ਨੂੰ ਰੁਚਿਤ ਹੋ ਗਏ ਹਾਂ, ਜੋ ਕਿ ਦੂਸਰਿਆਂ ਨੂੰ ਆਕਰਸ਼ਿਤ ਕਰਨ ਵਾਲਾ ਹੁੰਦਾ ਹੈ। ਅਸੀਂ ਉਸ ਰਸਤੇ 'ਤੇ ਚੱਲ ਪਏ ਹਾਂ। ਅਤੇ ਇਹਨਾਂ ਸਾਰਿਆਂ ਦੇ ਪਿੱਛੇ ਕਵੀ ਕਾਰਨ ਕੀ ਦੱਸ ਰਿਹਾ ਹੈ? ਪੱਛਮੀ ਹਵਾਵਾਂ ਮਰ ਜਾਣੀਆਂ। ਪੱਛਮੀ ਹਵਾਵਾਂ ਤੋਂ ਭਾਵ ਕਵੀ ਦਾ ਕਿ ਪੱਛਮੀ ਦੇਸ਼ਾਂ ਦਾ ਪ੍ਰਭਾਵ ਜਿਹੜਾ ਆ ਉਹ ਸਾਡੇ ਦੇਸ਼ ਦੇ ਉੱਪਰ ਪੈ ਰਿਹਾ ਹੈ, ਅਤੇ ਇਸ ਦੇ ਪਿੱਛੇ ਸਾਰੀ ਆਧੁਨਿਕਤਾ ਦਾ ਕਾਰਨ ਜਿਹੜਾ ਉਹ ਮੰਨਿਆ ਜਾਂਦਾ ਹੈ। ਏਸੀ ਕੂਲਰਾਂ ਦੇ ਹੁਣ ਹੋ ਗਏ ਮੁਹਤਾਜ ਨੇ, ਜਿਹੜੀਆਂ ਜਵਾਨਾਂ ਹਿੱਕਾਂ ਲੂਆਂ 'ਚ ਸੀ ਤਾਣੀਆਂ। ਜਵਾਨ ਪੰਜਾਬ ਦੇ ਜਵਾਨਾਂ ਨੂੰ ਸੰਬੋਧਨ ਕੀਤਾ ਗਿਆ ਹੈ, ਠੀਕ ਹੈ। ਮੁਹਤਾਜ ਤੋਂ ਭਾਵ ਬੇਟਾ ਜੀ ਹੁੰਦਾ ਹੈ ਗੁਲਾਮ ਜਾਂ ਅਧੀਨ ਹੋ ਕੇ ਰਹਿ ਜਾਣਾ। ਹਿੱਕਾਂ ਤੋਂ ਭਾਵ ਸੀਨਾ ਜਾਂ ਦਿਲ, ਅਤੇ ਲੂਆਂ ਅੱਤ ਦੀ ਗਰਮੀ, ਜਦੋਂ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਗਰਮ ਹਵਾਵਾਂ ਵਗਦੀਆਂ ਨੇ। ਤਾਣੀਆਂ ਤੋਂ ਭਾਵ ਆ ਕਿਸੇ ਦੇ ਸਾਹਮਣੇ ਤਣ ਜਾਣਾ, ਡਟ ਕੇ ਰਹਿ ਜਾਣਾ, ਔਰ ਕਿਸੇ ਔਖੀ ਘੜੀ ਦਾ ਡਟ ਕੇ ਮੁਕਾਬਲਾ ਕਰਨਾ। ਸੋ ਵਿਆਖਿਆ ਦੇਖਦੇ ਹਾਂ। ਇਹਨਾਂ ਸਤਰਾਂ ਵਿੱਚ ਕਵੀ ਨੇ ਅੱਜ ਦੀ ਨੌਜਵਾਨ ਪੀੜ੍ਹੀ ਦੇ ਬਾਰੇ ਚਿੰਤਾ ਪ੍ਰਗਟਾਈ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਇੰਨੀ ਕੁ ਸੋਹਲ ਭਰੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ ਕਿ ਉਹਨਾਂ ਨੂੰ ਏਸੀ ਕੂਲਰਾਂ ਤੋਂ ਬਿਨਾਂ ਜਿਉਣਾ ਆਉਂਦਾ ਹੀ ਨਹੀਂ। ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਉਹ ਏਸੀ ਅਤੇ ਕੂਲਰਾਂ ਦੀਆਂ ਠੰਡੀਆਂ ਹਵਾਵਾਂ ਦੀ ਮੁਹਤਾਜ ਹੋ ਕੇ ਰਹਿ ਗਈ ਹੈ, ਅਧੀਨ ਹੋ ਚੁੱਕੀ ਹੈ, ਅਤੇ ਉਹਨਾਂ ਨੌਜਵਾਨਾਂ ਦੀ ਤੁਲਨਾ ਕਰਦਾ ਹੈ ਜਿਹੜੇ ਨੌਜਵਾਨ ਕਦੀ ਗਰਮੀਆਂ ਦੀਆਂ ਧੁੱਪਾਂ ਦੇ ਵਿੱਚ ਵੀ ਖੇਤਾਂ ਦੇ ਵਿੱਚ ਕੰਮ ਕਰਦੇ ਨਹੀਂ ਸਨ ਥੱਕਦੇ, ਆਪਣਾ ਪਸੀਨਾ ਵਹਾਉਣ ਤੋਂ ਗੁਰੇਜ਼ ਨਹੀਂ ਸੀ ਕਰਦੇ, ਅਤੇ ਕਦੇ ਉਹ ਨੌਜਵਾਨ ਦੇਸ਼ ਦੇ ਜਦੋਂ ਬਾਰਡਰਾਂ ਦੇ ਉੱਤੇ ਆਪਣੀ ਦੇਸ਼ ਦੀ ਖਾਤਰ ਸੀਨਾ ਤਾਣ ਕੇ ਡਟੇ ਰਹਿੰਦੇ ਸਨ, ਚਾਹੇ ਲੱਖ ਗਰਮੀਆਂ ਹੋਣ, ਧੁੱਪਾਂ ਸਹਿਣ ਕਰਦੇ ਹੋਣ, ਫਿਰ ਵੀ ਉਹ ਕਦੇ ਆਪਣੇ ਮਿਹਨਤੀ ਸੁਭਾਅ ਤੋਂ ਪਿੱਛੇ ਨਹੀਂ ਸਨ ਹਟੇ। ਪਰ ਅੱਜ ਇਹ ਨੌਜਵਾਨ ਪੀੜ੍ਹੀ ਜੋ ਕਿ ਆਪਣੇ ਇਹਨਾਂ ਫਰਜ਼ਾਂ ਤੋਂ ਗਵਾਚਦੀ ਹੋਈ ਨਜ਼ਰ ਆ ਰਹੀ ਹੈ। 9-9 ਇੰਚ ਗੱਦਿਆਂ 'ਤੇ ਹੁੰਦੀਆਂ ਨਸੀਬਨਾਂ, ਨੀਂਦਰਾਂ ਜੋ ਦਿੰਦੀਆਂ ਸੀ ਮੰਜੀਆਂ ਅਲਾਣੀਆਂ। ਹੁਣ ਕਵੀ ਉਸ ਪੁਰਾਤਨ ਜ਼ਿੰਦਗੀ ਦੇ ਬਾਰੇ ਵਧੀਆ ਜਿਹੜੀ ਸਾਡਾ ਸਮਾਂ ਸੀ ਉਸ ਨੂੰ ਯਾਦ ਕਰਦਾ ਹੋਇਆ ਕਹਿ ਰਿਹਾ ਹੈ ਕਿ ਚਾਹੇ ਇੱਥੇ ਪਹਿਲਾਂ ਮੈਂ ਸ਼ਬਦ ਦਾ ਅਰਥ ਦੱਸਣਾ ਚਾਹਾਂਗੀ ਬੇਟਾ ਜੀ। ਅਲਾਣੀਆਂ ਸ਼ਬਦ ਆਇਆ ਹੈ, ਅਲਾਣੀ ਤੋਂ ਭਾਵ ਹੈ ਬਿਨਾਂ ਬਿਸਤਰੇ ਦੇ ਵਾਣ ਦੀ ਮੰਜੀ। ਪੁਰਾਣੇ ਸਮਿਆਂ ਦੇ ਵਿੱਚ ਪਟਸਨ ਦਾ ਵਾਣ ਦਾ ਮੰਜਾ ਜਿਹੜਾ ਘਰਾਂ ਦੇ ਵਿੱਚ ਆਮ ਬੁਣਿਆ ਜਾਂਦਾ ਸੀ, ਠੀਕ ਹੈ, ਪਰ ਅੱਜ ਕੱਲ੍ਹ ਇਹ ਮੰਜੇ ਵੀ ਸਾਡੇ ਘਰਾਂ ਦੇ ਵਿੱਚੋਂ ਖਤਮ ਹੋ ਗਏ ਨੇ। ਉਹਨਾਂ ਦੀ ਜਗ੍ਹਾ 'ਤੇ ਅਸੀਂ ਆਪਣੇ ਬੈੱਡ ਜਿਹੜੇ ਹੈ ਵੱਡੇ ਵੱਡੇ ਗੱਦਿਆਂ ਵਾਲੇ ਸ਼ਿੰਗਾਰ ਉਹ ਰੱਖੇ ਹੋਏ ਨੇ। ਸੋ ਕਵੀ ਅਜੋਕੀ ਬੇਚੈਨੀ ਭਰੀ ਜ਼ਿੰਦਗੀ ਦੇ ਉੱਪਰ ਆਪਣਾ ਵਿਅੰਗ ਕੱਸਦਾ ਹੋਇਆ ਕਹਿ ਰਿਹਾ ਹੈ ਕਿ ਅੱਜ ਅਸੀਂ ਪੈਸੇ ਦੀ ਦੌੜ ਦੇ ਪਿੱਛੇ ਲੱਗੇ ਹੋਏ ਹਾਂ, ਅਤੇ ਜਿਸ ਦੇ ਨਾਲ ਹਰ ਮਨੁੱਖ ਮਾਨਸਿਕ ਪਰੇਸ਼ਾਨੀਆਂ ਦੇ ਨਾਲ ਘਿਰਿਆ ਨਜ਼ਰ ਆ ਰਿਹਾ ਹੈ, ਅਤੇ ਉਸ ਨੂੰ
ਜਦੋਂ ਉਹ ਆਪਣੇ ਕੰਮ ਤੋਂ ਘਰ ਥੱਕਿਆ ਟੁੱਟਾ ਆਉਂਦਾ ਹੈ ਤਾਂ ਉਸ ਨੂੰ 9-9 ਇੰਚ ਗੱਦਿਆਂ 'ਤੇ ਵੀ ਸੁੱਖ ਦੀ ਅਨੀਂਦ ਜਿਹੜੀ ਹੈ ਉਹ ਨਸੀਬ ਨਹੀਂ ਹੋ ਰਹੀ। ਕਿਉਂਕਿ ਉਸ ਦਾ ਜਿਹੜਾ ਹੁਣ ਕੰਮਕਾਰ ਕਰਨ ਦਾ ਤਰੀਕਾ ਹੈ ਉਹ ਸਰੀਰਕ ਮਿਹਨਤ ਵਾਲਾ ਨਹੀਂ ਰਿਹਾ। ਨੀਂਦਰਾਂ ਜੋ ਦਿੰਦੀਆਂ ਸੀ ਮੰਜੀਆਂ ਅਲਾਣੀਆਂ, ਪਰ ਕਹਿੰਦਾ ਕਿ ਉਹ ਪੁਰਾਤਨ ਸਮੇਂ ਨੂੰ ਯਾਦ ਕਰੋ ਜਦੋਂ ਅਸੀਂ ਥੱਕੇ ਟੁੱਟੇ ਖੇਤਾਂ ਦੇ ਵਿੱਚੋਂ ਕਾਰ ਵਿਹਾਰ ਕਰਕੇ ਕਿਸਾਨ ਜਾਂ ਨੌਜਵਾਨ ਆਪਣੇ ਘਰ ਆਉਂਦਾ ਸੀ ਤਾਂ ਉਹ ਚਾਹੇ ਖਾਲੀ ਮੰਜੀ 'ਤੇ, ਜਿਸ 'ਤੇ ਬਿਸਤਰਾ ਵੀ ਨਹੀਂ ਸੀ ਵਿਛਿਆ ਹੁੰਦਾ, ਬੜੇ ਆਰਾਮ ਦੇ ਨਾਲ ਅਤੇ ਸੁੱਖ ਚੈਨ ਦੀ ਨੀਂਦੇ ਸੌਂਦਾ ਸੀ, ਕਿਉਂਕਿ ਉਸਨੇ ਸਾਰੇ ਦਿਨ ਦੀ ਹੱਡ ਭੰਨਵੀਂ ਮਿਹਨਤ ਕੀਤੀ ਹੁੰਦੀ ਸੀ ਅਤੇ ਮਿਹਨਤ ਕਰਨ ਤੋਂ ਬਾਅਦ ਜਦੋਂ ਥਕਾਨ ਮਹਿਸੂਸ ਹੁੰਦੀ ਹੈ ਤਾਂ ਨੀਂਦ ਆਪਣੇ ਆਪ ਹੀ ਆ ਜਾਂਦੀ ਹੈ। ਅਤੇ 9-9 ਇੰਚ ਗੱਦਿਆਂ 'ਤੇ ਨੀਂਦ ਕਿਉਂ ਨਹੀਂ ਆ ਰਹੀ? ਕਿਉਂਕਿ ਅਸੀਂ ਦਿਨ ਰਾਤ ਪੈਸਾ ਕਮਾਉਣ ਦੀ ਦੌੜ ਦੇ ਵਿੱਚ ਲੱਗੇ ਹੋਏ ਹਾਂ ਅਤੇ ਇੱਕ ਦੂਜੇ ਤੋਂ ਅੱਗੇ ਵਧਣ ਦੀ ਲਾਲਸਾ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਲਾਲਸਾ ਜਿਹੜੀ ਉਹ ਸਾਡੇ ਮਨ ਦੇ ਵਿੱਚ ਲਗਾਤਾਰ ਚੱਲ ਰਹੀ ਹੈ। ਦੌਰੀ ਡੰਡੇ, ਚੱਕੀਆਂ, ਉਖਲੀਆਂ ਤੇ ਚਰਖੇ ਸੈਂਕੜੇ ਹੀ ਮੋਈਆਂ ਚੀਜ਼ਾਂ ਅੱਜ ਹੋ ਕੇ ਨਿਮਾਣੀਆਂ। ਦੌਰੀ ਡੰਡੇ, ਜਿਵੇਂ ਕਿ ਬੇਟਾ ਨਾਲ ਦੀ ਤਸਵੀਰ ਦੇ ਵਿੱਚ ਬਹੁਤ ਸਾਰੇ ਬਰਤਨ ਜਿਹੜੇ ਉਹ ਰਸੋਈ ਦੇ ਵਿੱਚ ਵਰਤੇ ਜਾਂਦੇ ਉਹ ਦਿਖਾਈ ਦੇ ਰਹੇ ਨੇ। ਉਸ ਦੇ ਉੱਪਰ ਲਿਖਿਆ ਵੀ ਹੋਇਆ ਆ, ਇੱਕ ਪਾਸੇ ਲਾਲਟਨ ਪਈ ਹੈ, ਠੀਕ ਹੈ, ਸੋਟੀਆਂ ਪਈਆਂ ਹੈ, ਰਿੜਕਣਾ ਲਿਖਿਆ ਹੋਇਆ ਹੈ, ਤਵਾ ਹੈ, ਚੁੱਲ੍ਹਾ ਹੈ, ਟੋਕਰਾ ਹੈ, ਬਾਲਟੀ ਹੈ, ਚਰਖਾ ਹੈ, ਊਰੀ ਹੈ, ਠੀਕ ਹੈ, ਚੱਕੀ ਹੈ। ਇਹ ਸਾਰਾ ਕੁਝ ਕੀ ਹੈ? ਇਹ ਪੁਰਾਤਨ ਵਸਤਾਂ ਨੇ ਜੋ ਕਿ ਸਾਡੇ ਪੁਰਾਤਨ ਸੱਭਿਆਚਾਰ ਦੇ ਵਿੱਚ ਜਾਂ ਪੁਰਾਣੇ ਘਰਾਂ ਦੇ ਵਿੱਚ ਵਰਤੇ ਜਾਂਦੇ ਸਨ। ਸੋ ਅੱਜ ਕਵੀ ਕਹਿ ਰਿਹਾ ਹੈ, ਇਸ 'ਤੇ ਅਫਸੋਸ ਪ੍ਰਗਟ ਕਹਿ ਰਿਹਾ ਹੈ, ਦੌਰੀ ਡੰਡੇ। ਦੌਰੀ ਡੰਡੇ ਹੁੰਦੇ ਬੇਟਾ ਮਸਾਲਾ ਕੁੱਟਣ ਲਈ ਕੂੰਡਾ ਘੋਟਣਾ, ਜਿਸ ਨੂੰ ਅਸੀਂ ਪੁਰਾਣੇ ਸਮਿਆਂ 'ਚ ਲੱਕੜ ਦਾ ਹੁੰਦਾ ਸੀ, ਪਰ ਅੱਜ ਇਹ ਜਿਹੜਾ ਹੈ ਇਸ ਦੀ ਜਗ੍ਹਾ 'ਤੇ ਸਾਡੇ ਕੋਲ ਸਟੀਲ ਜਾਂ ਹੋਰ ਮੈਟਲ ਦੇ ਧਾਤ ਦੇ ਜਿਹੜੇ ਬਣੇ ਹੋਏ ਬਰਤਨ ਆ ਉਹ ਸਾਡੀਆਂ ਰਸੋਈਆਂ ਤੱਕ ਪਹੁੰਚ ਚੁੱਕੇ ਨੇ। ਚੱਕੀ, ਆਟਾ ਪੀਸਣ ਵਾਲੀ ਮਸ਼ੀਨ, ਠੀਕ ਹੈ, ਅੱਜ ਦੀ ਇਲੈਕਟ੍ਰੋਨਿਕ ਮਸ਼ੀਨ ਹੈ, ਪਰ ਪੁਰਾਣੇ ਸਮਿਆਂ ਦੇ ਵਿੱਚ ਇਹ ਪੱਥਰ ਦੇ ਪੁੜਾਂ ਦੇ ਵਿੱਚ ਜਿਹੜਾ ਅਨਾਜ ਆ ਇਹ ਪੀਸਿਆ ਜਾਂਦਾ ਸੀ। ਔਰ ਉਖਲੀਆਂ ਮੋਟਾ ਅਨਾਜ ਨੂੰ ਆਪਾਂ ਜਦੋਂ ਕੁੱਟਦੇ ਹਾਂ ਤਾਂ ਉਹਦੇ ਲਈ ਬੇਟਾ ਧਰਤੀ ਦੇ ਵਿੱਚ ਇਹ ਡੂੰਘੇ ਬਰਤਨ ਜਿਹੜੇ ਉਹ ਪੱਕੇ ਕੀਤੇ ਹੋਏ ਹੁੰਦੇ ਸਨ, ਜਿਸ ਦੇ ਵਿੱਚ ਅਨਾਜ ਪਾ ਕੇ ਉਸ ਨੂੰ ਕੁੱਟਿਆ ਜਾਂਦਾ ਸੀ। ਮੋਈਆਂ ਤੋਂ ਭਾਵ ਹੈ ਮਰ ਚੁੱਕੀਆਂ, ਔਰ ਨਿਮਾਣੀਆਂ ਤੋਂ ਭਾਵ ਹੈ ਵਿਚਾਰੀਆਂ। ਕਵੀ ਇਹਨਾਂ ਅਲੋਪ ਹੋ ਰਹੀਆਂ ਵਸਤੂਆਂ ਦੇ ਉੱਪਰ ਚਿੰਤਾ ਪ੍ਰਗਟ ਕਰਦਾ ਕਹਿ ਰਿਹਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਨਾ ਤਾਂ ਕਿਸੇ ਦੇ ਹੱਥ ਵਿੱਚ ਕੂੰਡਾ ਘੋਟਣਾ ਨਜ਼ਰ ਆਉਂਦਾ ਹੈ, ਨਾ ਹੀ ਕਿਸੇ ਸੁਆਣੀ ਦੇ ਹੱਥ ਦੇ ਵਿੱਚ ਆਟਾ ਪੀਣ ਵਾਲੀ ਚੱਕੀ, ਅਤੇ ਨਾ ਹੀ ਉਖਲੀ, ਅਤੇ ਨਾ ਹੀ ਤਰਿੰਜਣਾਂ ਦੇ ਵਿੱਚ ਬੈਠੀਆਂ ਲੜਕੀਆਂ ਦੇ ਹੱਥਾਂ ਦੇ ਵਿੱਚ ਚਰਖੇ ਨਜ਼ਰ ਆਉਂਦੇ ਨੇ। ਚਰਖੇ ਪੁਰਾਤਨ ਸਮਿਆਂ ਦੇ ਵਿੱਚ ਔਰਤਾਂ ਘਰਾਂ ਦੇ ਵਿੱਚ ਹੀ ਕਪਾਹ ਤੋਂ ਸੂਤ ਤਿਆਰ ਕਰਕੇ ਅਤੇ ਉਸ ਤੋਂ ਫਿਰ ਧਾਗਾ ਬਣਾ ਕੇ ਉਸ ਦੇ ਕੱਪੜੇ ਬੁਣਦੀਆਂ ਸਨ। ਅੱਜ ਇਸੇ ਤਰ੍ਹਾਂ ਦੀਆਂ ਹੋਰ ਕਹਿੰਦਾ ਅਨੇਕਾਂ ਸੈਂਕੜੇ ਚੀਜ਼ਾਂ ਜਿਹੜੀਆਂ ਆ ਉਹ ਸੌਹਾਂ ਦੇ ਹਿਸਾਬ ਦੇ ਨਾਲ ਸਾਡੇ ਘਰਾਂ ਦੇ ਵਿੱਚੋਂ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਹਨ, ਅਤੇ ਇਹਨਾਂ ਦੀ ਜਗ੍ਹਾ 'ਤੇ ਹੁਣ ਮਸ਼ੀਨਾਂ ਆ ਗਈਆਂ ਹਨ। ਖੁਰਲੀ ਤੋਂ ਬੈਠ ਕੇ ਬਲਦ ਕਿੱਥੇ ਤੁਰ ਗਏ, ਕਿੱਥੇ ਗਈਆਂ ਕਿੱਲੀਆਂ ਤੋਂ ਘੁੰਗਰੂ ਪੁਰਾਣੀਆਂ। ਪ੍ਰਸ਼ਨ ਚਿੰਨ੍ਹ। ਹੁਣ ਇੱਥੇ ਕਵੀ ਜਿਹੜਾ ਆ ਕਿਸਾਨੀ ਜੀਵਨ ਦੇ ਨਾਲ ਸੰਬੰਧਿਤ ਵਸਤਾਂ ਦੇ ਬਾਰੇ ਗੱਲ ਕਰਦਾ ਹੋਇਆ ਕਹਿ ਰਿਹਾ ਹੈ ਕਿ ਅੱਜ ਕਿਸਾਨ ਦੇ ਜੀਵਨ ਦੇ ਵਿੱਚੋਂ ਜੋ ਕਿ ਉਸ ਦੇ ਸਾਥੀ ਹੁੰਦੇ ਸਨ, ਦੁਧਾਰੂ ਪਸ਼ੂ, ਦੁੱਧ ਦੇਣ ਵਾਲੇ, ਜਾਂ ਖੇਤਾਂ ਦੇ ਵਿੱਚ ਹਲ ਵਾਹੁਣ ਵਾਲੇ ਬਲਦ 'ਤੇ ਬੈਠ ਕੇ, ਉਹ ਵੀ ਸਾਡੇ ਘਰਾਂ ਦੇ ਵਿੱਚੋਂ ਨਜ਼ਰ ਨਹੀਂ ਆਉਂਦੇ। ਖੁਰਲੀ ਉਹ ਜਗ੍ਹਾ ਜਿੱਥੇ ਪਸ਼ੂਆਂ ਨੂੰ ਬੰਨ੍ਹਿਆ ਜਾਂਦਾ ਸੀ ਅਤੇ ਉੱਥੇ
ਚਾਰਾ ਪਾਇਆ ਜਾਂਦਾ ਸੀ। ਚਾਰਾ ਖਾਣ ਦਾ ਕੰਮ ਆਉਂਦੀ ਸੀ ਖੁਰਲੀ ਦੇ ਵਿੱਚ। ਉੱਥੇ ਪਸ਼ੂ ਬੰਨੇ ਹੁੰਦੇ ਸਨ ਅਤੇ ਅੱਜ ਉਹ ਪਸ਼ੂ ਨਾ ਕੋਈ ਦੁੱਧ ਦੇਣ ਵਾਲਾ ਪਸ਼ੂ ਅਤੇ ਨਾ ਹੀ ਕੋਈ ਖੇਤੀ ਦੇ ਕੰਮ ਆਉਣ ਵਾਲਾ ਪਸ਼ੂ ਜਿਹੜਾ ਆ ਉਹ ਸਾਡੇ ਘਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਅਤੇ ਕਿਸੇ ਸਮੇਂ 'ਤੇ ਉਸ ਘਰਾਂ ਦੇ ਵਿੱਚ ਕਿੱਲੀਆਂ ਦੇ ਉੱਪਰ ਘੁੰਗਰੂਆਂ ਵਾਲੀਆਂ ਵਸਤਾਂ ਅਤੇ ਪ੍ਰਾਣੀਆਂ ਨਜ਼ਰ ਆਉਂਦੀਆਂ ਸਨ। ਪੁਰਾਣੀ ਬੈਂਤ ਦੀ ਉਹ ਸੋਟੀ ਜਿਹੜੀ ਕਿ ਬਲਦ ਨੂੰ ਹਿੱਕਣ ਲਈ ਵਰਤੀ ਜਾਂਦੀ ਸੀ। ਠੀਕ ਹੈ ਜੀ, ਇੱਕ ਸੋਟੀ ਦੇ ਮੋਹਰੇ ਇੱਕ ਚਮੜੇ ਦੀ ਬੈਂਤ ਜਿਹੜੀ ਸੀ ਲਗਾ ਦਿੱਤੀ ਜਾਂਦੀ ਜਾਂ ਕਿੱਲ ਲਗਾ ਦਿੱਤੀ ਜਾਂਦੀ ਅਤੇ ਉਹ ਬਲਦ ਨੂੰ ਮਾਰ ਕੇ ਫਿਰ ਉਹਨੂੰ ਅੱਗੇ ਨੂੰ ਤੋਰਨ ਲਈ ਰੱਖਿਆ ਜਾਂਦਾ ਸੀ, ਵਰਤਿਆ ਜਾਂਦਾ ਸੀ। ਉਹ ਅੱਜ ਕਹਿੰਦਾ ਸਾਡੇ ਘਰਾਂ ਦੇ ਵਿੱਚੋਂ ਕਿਤੇ ਵੀ ਨਜ਼ਰ ਨਹੀਂ ਆਉਂਦੇ, ਜੋ ਕਿ ਕਿਸਾਨੀ ਘਰਾਂ ਦੀ ਸ਼ਾਨ ਸਮਝੇ ਜਾਂਦੇ ਸੀ, ਉਹ ਕਿੱਥੇ ਚਲੇ ਗਈ ਹੈ। ਸੋ ਅੱਗੇ ਕਵੀ ਜਿਹੜਾ ਆ ਉਹ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਹੋ ਰਹੀ ਦੁਰਦਸ਼ਾ ਦੇ ਬਾਰੇ ਗੱਲ ਕਰਦਾ ਹੋਇਆ ਕਹਿ ਰਿਹਾ ਹੈ ਕਿ ਹੁਣ ਤਾਂ ਸਮਝ ਅਸੀਂ ਸਕਦੇ ਹਾਂ, ਤਾਈਓ ਇੰਗਲਿਸ਼ 'ਚ ਦੱਸੋ ਸਾਨੂੰ ਸਾਡੀਆਂ ਕਹਾਣੀਆਂ, ਦਿਲ ਮੋਹ ਪਿਆਰ ਅਪਣਤ ਸਾਂਝ ਛੱਡ ਗਏ, ਸਾਡੀਆਂ ਹੋ ਗਈਆਂ ਜੀਣ ਜੁਗਤਾਂ ਨੇ ਤਾਣੀਆਂ। ਕਵੀ ਆਖ ਰਿਹਾ ਹੈ ਕਿ ਅੱਜ ਬਹੁਤੇ ਪੰਜਾਬੀ ਘਰਾਂ ਦੇ ਵਿੱਚ ਅਸੀਂ ਪੰਜਾਬੀ ਨੂੰ ਬੋਲਣ 'ਤੇ ਸ਼ਰਮ ਮਹਿਸੂਸ ਕਰਦੇ ਹਾਂ ਅਤੇ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਸਮਝਣ ਲਈ, ਪੜ੍ਹਾਉਣ ਲਈ ਹੀ ਉਹਨਾਂ 'ਤੇ ਦਬਾਅ ਪਾਉਂਦੇ ਹਾਂ ਅਤੇ ਇਸੇ ਕਾਰਨ ਕਰਕੇ ਬੱਚਿਆਂ ਨੂੰ ਹੁਣ ਅੰਗਰੇਜ਼ੀ ਦੀ ਜਗ੍ਹਾ, ਪੰਜਾਬੀ ਦੀ ਜਗ੍ਹਾ 'ਤੇ ਅੰਗਰੇਜ਼ੀ ਦੀਆਂ ਜਿਹੜੀਆਂ ਕਹਾਵਤਾਂ ਆ ਉਹੀ ਸਮਝ ਆਉਂਦੀਆਂ ਹਨ। ਅਤੇ ਇਹ ਸਾਡੇ ਲਈ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਜੇਕਰ ਅਸੀਂ ਆਪਣੀ ਮਾਂ ਬੋਲੀ ਤੋਂ ਵਿਛੜ ਗਏ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਤਰੱਕੀ ਨਹੀਂ ਕਰ ਸਕਦੇ। ਦਿਲ ਮੋਹ ਪਿਆਰ ਅਪਣਤ ਸਾਂਝ ਛੱਡ ਗਏ, ਸਾਡੀਆਂ ਹੋ ਗਈਆਂ ਜੀਣ ਜੁਗਤਾਂ ਨੇ ਤਾਣੀਆਂ। ਸੋ ਇਹਨਾਂ ਸਤਰਾਂ ਦੇ ਵਿੱਚ ਕਵੀ ਪੰਜਾਬੀ ਨੂੰ ਔਰ ਪੰਜਾਬੀਅਤ ਨੂੰ ਭੁੱਲਣ ਦੀ ਗੱਲ ਕਰਦਾ ਹੈ ਕਿ ਜੋ ਸਾਡੇ ਅੰਦਰ ਨੈਤਿਕ ਕਦਰਾਂ ਕੀਮਤਾਂ ਸਨ, ਦਿਲੀ ਪਿਆਰ ਸੀ, ਸਾਂਝ ਸੀ, ਮੋਹ ਭਰਿਆ ਰਵੱਈਆ ਸੀ, ਅੱਜ ਸਾਡੇ ਰਿਸ਼ਤਿਆਂ ਦੇ ਵਿੱਚੋਂ ਇਹ ਸਭ ਕੁਝ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਸਾਡੀ ਸੋਚ ਜਿਹੜੀ ਹੈ ਉਹ ਪਦਾਰਥਵਾਦੀ ਹੋ ਗਈ ਹੈ, ਪਦਾਰਥਵਾਦੀ, ਪੈਸੇ ਦੇ ਪਿੱਛੇ ਦੌੜਨ ਵਾਲੀ। ਅਤੇ ਸਾਡੀਆਂ ਜੀਣ ਜੁਗਤਾਂ ਜੀਵਨ ਜਿਉਣ ਦਾ ਢੰਗ ਜਿਹੜਾ ਆ ਉਹ ਬਦਲ ਚੁੱਕਾ ਹੈ। ਅਸੀਂ ਉਹ ਸਭ ਨਿਤਾਣੀਆਂ ਹੋਈਆਂ, ਭਾਵ ਮਜਬੂਰ ਹੋਈਆਂ ਨਜ਼ਰ ਆ ਰਹੀਆਂ ਹਨ। ਨੀਰ ਪਿੱਛ ਲੱਗ ਸਭ ਹੋਏ ਅੰਗਰੇਜ਼ ਦੇ, ਆਪਣੀ ਗਵਾਈਏ ਪਛਾਣ ਪੰਜ ਪਾਣੀਆਂ। ਸੋ ਅਖੀਰ ਦੇ ਵਿੱਚ ਕਵੀ ਜਿਹੜਾ ਆ ਉਹ ਆਪਣੇ ਪੰਜਾਬੀ ਵਿਰਸੇ ਦੇ ਅਲੋਪ ਹੋਣ ਦਾ ਮੁੱਖ ਕਾਰਨ ਜਿਹੜਾ ਆ ਸਾਡੀ ਪਿੱਛ ਲੱਗ ਸੋਚ ਨੂੰ ਦੱਸ ਰਿਹਾ ਹੈ ਕਿ ਅਸੀਂ ਬਹੁਤ ਜਲਦੀ ਹੀ ਕਿਸੇ ਹੋਰ ਸੱਭਿਆਚਾਰ ਨੂੰ ਅਪਣਾ ਲਿਆ ਹੈ। ਭਾਵ ਅੰਗਰੇਜ਼ੀ, ਪੱਛਮੀ ਸੱਭਿਆਚਾਰ, ਅੰਗਰੇਜ਼ਾਂ ਦੇ ਸੱਭਿਆਚਾਰ ਦੇ ਪਿੱਛੇ ਐਸੇ ਮਗਰ ਲੱਗ ਗਏ ਹਾਂ ਕਿ ਅਸੀਂ ਆਪਣਾ ਅਨਮੋਲ ਸ਼ਾਨ ਮਤਾ ਵਿਰਸਾ ਹੀ ਖਤਮ ਕਰ ਦਿੱਤਾ ਹੈ। ਪੰਜਾਬੀ ਸੱਭਿਆਚਾਰ ਔਰ ਪੰਜਾਬ, ਜਿਸ ਦੇ ਵਿੱਚ ਕਦੇ ਪੰਜ ਪਾਣੀਆਂ ਦੀ ਗੱਲ ਕੀਤੀ ਜਾਂਦੀ ਸੀ, ਪੰਜ ਦਰਿਆ ਵਗਦੇ ਸਨ, ਅੱਜ ਉਹ ਪੰਜ ਪਾਣੀਆਂ ਦੀ ਕਦਰ ਵੀ ਜਿਹੜੀ ਹੈ ਨਾ ਦੇ ਬਰਾਬਰ ਰਹਿ ਚੁੱਕੀ ਹੈ। ਅਤੇ ਇਸ ਦੇ ਨਾਲ ਕਵੀ ਨੇ ਪੰਜਾਬੀਆਂ ਦੇ ਅੰਗ ਸੰਗ ਵਿਚਰਨ ਵਾਲੇ ਜਾਨਵਰਾਂ, ਪਹਿਰਾਵੇ, ਵਸਤੂਆਂ ਦੀ ਹੋਂਦ ਖਤਮ ਹੋਣ ਉੱਪਰ ਆਪਣੀ ਮਾਯੂਸੀ ਪ੍ਰਗਟ ਕੀਤੀ ਹੈ। ਅਤੇ ਇਸ ਸਾਰੀਆਂ ਚੀਜ਼ਾਂ ਦੇ ਪਿੱਛੇ ਉਸਨੇ ਕਾਰਨ ਇਹ ਦੱਸਿਆ ਹੈ ਕਿ ਅਸੀਂ ਅੰਨ੍ਹੇਵਾਹ ਦੂਸਰੇ ਸੱਭਿਆਚਾਰ ਦੀ ਨਕਲ ਕਰਨ ਦੇ ਰੁਝਾਨ ਵੱਲ ਚੱਲ ਪਏ ਹਾਂ, ਜਿਸ ਨੇ
ਸਾਡੇ ਪੰਜਾਬੀ ਘਰਾਂ ਦੀ ਨੁਹਾਰ ਜਿਹੜੀ ਉਹ ਬਦਲ ਦਿੱਤੀ ਹੈ। ਸੋ ਕਵੀ ਦਾ ਇੱਥੇ ਕਹਿਣ ਤੋਂ ਭਾਵ ਇਹ ਹੈ ਕਿ ਸਾਨੂੰ ਦੂਸਰੇ ਸੱਭਿਆਚਾਰ ਦੀਆਂ ਚੰਗੀਆਂ ਚੀਜ਼ਾਂ ਨੂੰ ਤਾਂ ਅਪਣਾਉਣਾ ਚਾਹੀਦਾ ਹੈ, ਪਰ ਉੱਥੇ ਦੂਸਰੇ ਪਾਸੇ ਨਾਲ ਦੀ ਨਾਲ ਸਾਨੂੰ ਆਪਣੀਆਂ ਜੜ੍ਹਾਂ ਤੋਂ ਕਦੇ ਵੀ ਵੱਖ ਹੋਣਾ ਨਹੀਂ ਚਾਹੀਦਾ। ਧੰਨਵਾਦ।